पेश है विज्ञान लड़ीवार आउण वाला कल दी 36वीं कड़ी। लड़ीवार संयोजक डॉक्टर BK त्यागी। पंजाबी रूपांतर खोज ते लेखन भारत ज्ञान विज्ञान सम्मति पंजाब ते चंडीगढ़। प्यारे श्रोतियो, ਬਣਾਉਟੀ ਬੌਧਿਕਤਾ ਦੀ ਵਿਗਿਆਨ ਵਰਤੋਂ ਤੇ ਭਵਿੱਖ ਬਾਬਤ ਸਾਡੇ ਲੜੀਵਾਰ ਆਉਣ ਵਾਲਾ ਕੱਲ ਦੀ 36ਵੀਂ ਕੜੀ ਭਾਰਤ ਵਿੱਚ ਬਣਾਉਟੀ ਬੌਧਿਕਤਾ ਦੇ ਵਿਕਾਸ ਨੂੰ ਚੁਣੌਤੀਆਂ ਵਿੱਚ ਨਿੱਘਾ ਸਵਾਗਤ ਹੈ। ਸਤਿ ਸ੍ਰੀ ਅਕਾਲ, ਨਮਸਤੇ। जी दोस्तों, पिछली कड़ी चर्चा विच सुनी सी कहानी कि किवें असी AI मशीनां विच विकास करते हुए पहुंचे हाँ अगले पड़ाव पर। चर्चा विच कहानी सी AI मशीनां दे न्यारे कंमां दी ते गड़बड़ दी वी। सुनिया सी कि लोक कथावां, नावलां ते फिल्मां विच बनौटी बौद्धिकता दे संकल्प ने किवें ला दिते ने खंभ ते पुख्ता करता AI दी धारणा नूं। कहानी सी फ्रांसीसी लूमियर ब्रदर्स दी 1895 ਵਿੱਚ ਨਿਰਮਿਤ 10 ਮਿੰਟ ਦੀ ਵਿਗਿਆਨ ਗਲਪ ਫਿਲਮ ਮਕੈਨੀਕਲ ਬੁੱਚਰ ਵਿੱਚ ਮਸ਼ੀਨ ਦੇ ਇੱਕ ਪਾਸੇ ਸੂਰ ਪਾ ਕੇ ਦੂਜੇ ਪਾਸੇ ਪਕਵਾਨ ਨਿਕਲਦੇ ਨੇ। ਰੋਬੋਟ ਨੂੰ ਕਹਿੰਦੇ ਸੀ ਆਟੋਮੇਟਨ। ਰੋਬੋਟ ਸ਼ਬਦ 1897 ਵਿੱਚ ਕੋਰਲ ਸਪੇਕ ਦੇ ਨਾਟਕ RUR ਵਿੱਚ 1927 ਦੀ ਮੈਟਰੋਪੋਲਿਸ ਵਿਗਿਆਨ ਗਲਪ ਫਿਲਮ ਨੇ ਦਰਸਾਏ ਸੀ AI ਦੇ ਮਾੜੇ ਪ੍ਰਭਾਵ। ਸੁਣਾਇਆ ਸੀ ਸੱਚ ਕਿ ਵਿਗਿਆਨ ਤਾਂ ਨਿਰੰਤਰ ਪ੍ਰਗਤੀ ਕਰਦਾ ਵਿਧੀਵਤ ਗਿਆਨ ਹੈ, ਇਹ ਉਲਟੇ ਪੈਰ ਨਹੀਂ ਚੱਲਦਾ, ਜਿਸ ਕਰਕੇ ਇਹ ਨਹੀਂ ਕਿਹਾ ਜਾ ਸਕਦਾ ਕਿ AI ਦਾ ਪ੍ਰਯੋਗ ਲੋਕ ਪਹਿਲਾਂ ਹੀ ਕਰਦੇ ਸਨ ਜਿਹੜਾ ਹੁਣ ਲੁਪਤ ਹੋ ਗਿਆ। ਸਪਸ਼ਟ ਸੀ ਕਿ ਵਿਸ਼ਵਾਸ ਤੇ ਵਿਗਿਆਨ ਦੋ ਵਿਪਰੀਤ ਦਿਸ਼ਾਵਾਂ ਨੇ, ਇਹਨਾਂ ਨੂੰ ਇੱਕ ਦੂਜੇ ਨਾਲ ਰਲ ਗੱਡ ਕਰਨਾ ਠੀਕ ਨਹੀਂ। ਪੁਰਾਤਨ ਕਥਾਵਾਂ ਵਿਗਿਆਨ ਗਲਪ ਦੇ ਮਾਪਦੰਡਾਂ ਉੱਪਰ ਪੂਰੀਆਂ ਨਹੀਂ ਉਤਰਦੀਆਂ। ਇਹਨਾਂ ਦੀ ਚਰਚਾ ਤਾਂ ਇੱਕ ਮਨੋਰੰਜਨ ਹੀ ਹੋ ਸਕਦਾ ਹੈ। ਕਹਾਣੀ ਸੀ ਦੋਸਤੋ ਕਿ AI ਦੀ ਧਾਰਨਾ ਮਸ਼ੀਨਾਂ 'ਚ ਮਨੁੱਖੀ ਦਿਮਾਗ ਦੀ ਨਕਲ ਕਰਨ ਦੇ ਵਿਚਾਰ ਨਾਲ ਸ਼ੁਰੂ ਹੋਈ। ਮਸ਼ੀਨਾਂ ਬਣੀਆਂ ਕਾਬਲ ਆਪਣੇ ਆਪ ਸਿੱਖਣ ਦੇ, ਅਨੁਭਵ ਦੇ ਜ਼ਰੀਏ ਆਪਣੇ ਕੌਸ਼ਲ ਨੂੰ ਖੁਦ ਵਧਾਉਣ ਦੇ। ਮਸ਼ੀਨਾਂ ਵਿੱਚ ਸੰਵੇਦਨਾ ਪਾਉਣ ਦੇ ਖਤਰਨਾਕ ਨਤੀਜਿਆਂ ਸਵਾਲ ਪੈਦਾ ਕਰ ਦਿੱਤਾ ਕਿ ਕੀ ਮਨੁੱਖ ਰੋਬੋਟ ਬਣ ਰਿਹਾ ਹੈ ਜਾਂ ਰੋਬੋਟ ਮਨੁੱਖ ਵਰਗੇ ਹੁੰਦੇ ਜਾ ਰਹੇ ਨੇ। AI ਸੌਫਟਵੇਅਰ ਸੁਰੱਖਿਆ ਪ੍ਰਣਾਲੀ ਵਿੱਚ ਵੜ ਗਏ ਜਾਸੂਸਾਂ ਦੀ ਸ਼ਨਾਖਤ ਲਈ ਅਹਿਮ ਨੇ। ਸਰਜਰੀ ਰਾਹੀਂ ਚਿਹਰਾ ਤੇ ਆਵਾਜ਼ ਬਦਲਵਾ ਲੈਣ ਦੇ ਬਾਵਜੂਦ ਨੱਕ ਦੀ ਨੋਕ ਤੇ ਮੱਥੇ ਦਰਮਿਆਨ ਦੂਰੀ ਰਾਹੀਂ ਪਛਾਣ ਹੋ ਸਕਦੀ ਹੈ ਜਾਸੂਸ ਦੀ। ਸੁਣਾਏ ਸੀ ਬ੍ਰਿਤਾਂਤ ਕਿ ਘਰੇਲੂ ਨੌਕਰ ਵਜੋਂ ਵਰਤੇ ਜਾਣ ਵਾਲੇ ਰੋਬੋਟਾਂ ਤੋਂ ਸਹੀ ਕੰਮ ਕਰਵਾਉਣ ਵਾਸਤੇ ਸਮਾਰਟ ਭਾਸ਼ਾ ਦੀ ਸਿਖਲਾਈ ਤੇ ਵਰਤੋਂ ਜ਼ਰੂਰੀ ਹੈ। ਭਾਵਨਾਵਾਂ ਦੇ ਵੇਗ ਨੂੰ ਕਾਬੂ ਨਾ ਕਰ ਸਕਣ ਕਰਕੇ ਮਸ਼ੀਨ ਨੂੰ ਧੋਖੇ ਨਾਲ ਕਰਨਾ ਪੈ ਸਕਦਾ ਹੈ ਕ੍ਰਿਆਹੀਨ, ਯਾਨੀ ਡੀਐਕਟੀਵੇਟ। ਇਹ ਵੀ ਸੁਣਿਆ ਸੀ ਦੋਸਤੋ ਕਿ ਮਸ਼ੀਨ ਕਦੀ ਮਨੁੱਖੀ ਦਿਮਾਗ ਦੀ ਸੰਪੂਰਨ ਨਕਲ ਨਹੀਂ ਕਰ ਸਕਦੀ। ਮਸ਼ੀਨ ਤਾਂ ਮਸ਼ੀਨ ਹੈ, ਚਾਹੇ ਉਹ ਬੁੱਧੀਮਾਨ ਹੀ ਕਿਉਂ ਨਾ ਹੋਵੇ। ਸੁਣਾਵਾਂਗੇ ਅੱਜ ਕਹਾਣੀ ਆਰਟੀਫੀਸ਼ੀਅਲ ਇੰਟੈਲੀਜੈਂਸ ਦੀ ਵਰਤੋਂ ਤੇ ਵਿਕਾਸ ਦੀ, ਭਾਰਤ ਵਿੱਚ ਬਣਾਉਟੀ ਬੌਧਿਕਤਾ ਦੇ ਵਿਕਾਸ ਨੂੰ ਚੁਣੌਤੀਆਂ ਦੇ ਰਾਹੀਂ। ਤੇ ਲਓ ਸੁਣੋ ਸਾਡੇ ਇਹਨਾਂ ਕਲਾਕਾਰਾਂ ਦੀ ਜ਼ੁਬਾਨੀ ਸਾਡੀ ਅੱਜ ਦੀ ਕੜੀ ਭਾਰਤ ਵਿੱਚ ਬਣਾਉਟੀ ਬੌਧਿਕਤਾ ਦੇ ਵਿਕਾਸ ਨੂੰ ਚੁਣੌਤੀਆਂ। ਬਾਸੂ ਜੀ, ਧਿਆਨ ਨਾਲ ਗੱਡੀ ਚਲਾਓ। ਕੀ ਗੂਗਲ ਆਵਾਜ਼ ਸਹਾਇਕ ਕੰਮ ਕਰ ਰਿਹਾ ਹੈ? ਜੀ ਸਰ। ਓਕੇ, ਤਾਂ ਜ਼ਰਾ ਅੱਗੇ ਟ੍ਰੈਫਿਕ ਬਾਰੇ ਪੁੱਛੋ। ਬਾਸੂ ਜੀ, ਗੱਡੀ ਸਿੱਧੀ ਹਾਈਵੇ ਉੱਪਰ ਲੈ ਜਾਓ, ਉਧਰ ਕੋਈ ਡਾਇਵਰਸ਼ਨ ਨਹੀਂ ਹੋਏਗਾ। ਰੁਕਿਓ, ਆ ਇੰਨੀ ਭੀੜ ਕਿਉਂ ਇਕੱਠੀ ਹੋਈ ਹੈ? ਸਰ, ਸ਼ਾਪਿੰਗ ਮਾਲ ਤੇ ਪੈਟਰੋਲ ਪੰਪ ਤੇ ਬਾਹਰ ਗ੍ਰਾਹਕਾਂ ਦੀ ਭੀੜ ਹੈ। ਪਰ ਪੁਲਿਸ ਇਸ ਨੂੰ AI ਜ਼ਰੀਏ
ਕੰਟਰੋਲ ਕਿਉਂ ਨਹੀਂ ਕਰਦੀ? ਸਰ ਸਿੰਗਾਪੁਰ ਵਾਲੇ ਆਵਾਜਾਈ ਨੂੰ ਨਿਯਮਿਤ ਕਰਨ, ਰਸਤੇ ਦੇ ਖਤਰੇ ਬਾਬਤ ਸੂਚਿਤ ਕਰਨ ਲਈ ਸਮਾਰਟ ਟ੍ਰੈਫਿਕ ਲਾਈਟ ਪ੍ਰਣਾਲੀ ਵਰਤਦੇ ਨੇ। ਬਈ ਚੀਨ ਵਿੱਚ ਤਾਂ ਪੈਟਰੋਲ ਸਟੇਸ਼ਨਾਂ ਤੇ ਰੋਬੋਟ ਬਤੌਰ ਅਟੈਂਡੈਂਟ ਵਰਤੇ ਜਾਂਦੇ ਨੇ। ਬਿਲਕੁਲ ਸਰ। ਸਰ ਕੀ ਇਹ ਕਰੋਨਾ ਵਿਸ਼ਵ ਮਹਾਮਾਰੀ ਦੌਰਾਨ ਵੀ AI ਤੋਂ ਕੋਈ ਮਦਦ ਮਿਲ ਸਕਦੀ ਹੈ? ਹਾਂ, ਉਹ ਬਈ ਕਈ ਦੇਸ਼ਾਂ ਨੇ ਤਾਂ ਕਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਤੇ ਜਿਸਮਾਨੀ ਦੂਰੀ ਦੇ ਮਾਪਦੰਡਾਂ ਨੂੰ ਲਾਗੂ ਕਰਨ ਵਾਸਤੇ ਰੋਬੋਟ ਦੀ ਵਰਤੋਂ ਸ਼ੁਰੂ ਕੀਤੀ ਹੋਈ ਹੈ। ਸਰ ਲੱਗਦਾ ਹੈ ਕਿ AI ਵਿੱਚ ਚੀਨ ਭਾਰਤ ਵਰਗੇ ਦੇਸ਼ ਤੋਂ ਬਹੁਤ ਵਿਕਸਿਤ ਹੈ। ਬੇਸ਼ੱਕ ਭਾਰਤ AI ਦੇ ਵਿਕਾਸ ਵਿੱਚ ਥੋੜਾ ਪਿੱਛੇ ਤਾਂ ਹੈ। ਇਹਦੇ ਰਸਤੇ ਵਿੱਚ ਕੁਝ ਚੁਣੌਤੀਆਂ ਹੈ ਨੇ, ਬਸ 4-5 ਸਾਲਾਂ ਤੱਕ ਦੂਰ ਹੋ ਜਾਣਗੀਆਂ। ਉਹ ਚੱਲ ਛੱਡ, ਤੂੰ ਗੱਡੀ ਧਿਆਨ ਨਾਲ ਚਲਾ। ਹਾਂ ਠੀਕ ਹੈ ਸਰ। ਗੁੱਡ ਮਾਰਨਿੰਗ ਸਿਰੀ। ਗੁੱਡ ਮਾਰਨਿੰਗ ਮਿਸਟਰ ਨਵੀਨ। ਇਹ ਨਵੀਨ ਕਿਹਦੇ ਨਾਲ ਗੱਲਾਂ ਕਰੀ ਜਾ ਰਿਹਾ? ਪਾਪਾ ਮੈਂ AI 'ਚ ਵਿਸ਼ਵ ਪ੍ਰਤਿਭਾ ਦੇ ਬਾਰੇ ਸਿਰੀ ਨੂੰ ਸਵਾਲ ਕੀਤਾ ਹੈ। ਓਕੇ, ਕੋਈ ਆਨਲਾਈਨ ਕੰਪੀਟੀਸ਼ਨ? ਹਾਂਜੀ, ਇੱਕ ਵੈਬਿਨਾਰ ਹੈ AI ਖੇਤਰ 'ਚ ਭਾਰਤ ਸਾਹਮਣੇ ਚੁਣੌਤੀਆਂ। ਹਾਂ ਗ੍ਰੇਟ। ਕੌਣ ਕਰਵਾ ਰਿਹਾ? ਸਾਡੀ ਯੂਨੀਵਰਸਿਟੀ। ਮੈਂ ਵੀ ਪੇਪਰ ਪੇਸ਼ ਕਰਨਾ ਹੈ। ਮੈਨੂੰ ਫਿਲਹਾਲ ਕਾਫੀ ਤਿਆਰੀ ਦੀ ਲੋੜ ਹੈ ਤੇ ਤੁਹਾਡੀ ਮਦਦ ਵੀ ਚਾਹੀਦੀ ਹੋਏਗੀ। ਓ ਵਾਈ ਨਾਟ, ਇਟਸ ਅ ਗ੍ਰੇਟ ਟੌਪਿਕ ਐਕਚੁਅਲੀ। ਇੱਦਾਂ ਕਰਦੇ ਹਾਂ ਆਪਾਂ ਇੱਕ ਡਿਸਕਸ਼ਨ ਕਰੀਏ ਇਹਦੇ ਉੱਤੇ, ਤਿਆਰੀ ਵੀ ਹੋ ਜਾਏਗੀ। ਲੋ ਤੁਸੀਂ ਅਜੇ ਚਰਚਾ ਹੀ ਕਰੀ ਜਾ ਰਹੇ ਹੈ, ਖਾਣਾ ਪੀਣਾ ਤਾਂ ਭੁੱਲ ਹੀ ਗਏ। ਆ ਲੋ ਕੁਝ ਖਾ ਲਓ। ਉਹ ਨਾਸ਼ਤਾ ਟੇਬਲ ਤੇ ਰੱਖ ਦਿਓ। ਮੈਂ ਤਾਂ ਕਹਿੰਦਾ ਤੁਸੀਂ ਵੀ ਆਓ, ਆਪਾਂ ਕੁਝ ਡਿਸਕਸ ਕਰਨਾ ਹੈ। ਠੀਕ ਹੈ। AI ਦੇਖੋ ਜੀ, AI ਵਿਸ਼ੇ ਤੇ ਮੇਰੀ ਵੀ ਦਿਲਚਸਪੀ ਹੈ, ਪਰ ਮੈਂ ਕੀ ਕਰਾਂ, ਸਕੂਲ ਦਾ ਕੰਮ ਹੀ ਇੰਨਾ ਹੁੰਦਾ, ਕਦੀ ਬੱਚਿਆਂ ਦੇ ਪੇਪਰ ਚੈੱਕ ਕਰ, ਕਦੀ ਕੁਝ ਕਰ। ਮੈਂ ਤਾਂ ਵੀ ਆਪਣਾ ਪਹਿਲਾਂ ਕੰਮ ਖਤਮ ਕਰੂੰਗਾ, ਫਿਰ ਤੁਹਾਡੇ ਨਾਲ ਚਰਚਾ ਸ਼ੁਰੂ ਕਰੂੰਗਾ। ਤੁਸੀਂ ਕੀ ਕਰਨਾ ਹੁੰਦਾ? ਨਾਪ ਕੇ ਨੰਬਰ ਦੇਣੇ ਹੁੰਦੇ ਆ। ਚਲੋ ਠੀਕ ਹੈ, ਪਰ ਜਵਾਲਾ ਕਿੱਥੇ ਹੈ? ਉਹ ਹਜੇ ਤੱਕ ਸੋ ਰਹੀ ਹੈ। ਮੈਂ ਉਹਨੂੰ ਜਗਾਨਾ, ਉਹ ਸ਼ਾਮਲ ਹੋ ਜਾਵੇਗੀ। ਐਨੇ 'ਚ ਤੁਸੀਂ ਕੁਝ ਖਾ ਪੀ ਲਓ। ਆ ਲਓ, ਚੱਕੋ। ਹਾਂ, ਦੈਟਸ ਅ ਗ੍ਰੇਟ ਆਈਡੀਆ। ਹਾਂ, ਅਸੀਂ ਕੁਝ ਖਾ ਲੈਂਦੇ ਹਾਂ ਪਹਿਲਾਂ। ਹਾਂ ਨਵੀਨ, ਹੁਣ ਦੱਸ ਕੀ ਲੱਭਿਆ ਤੂੰ ਆਪਣੀ ਖੋਜ ਚੋਂ? ਪਾਪਾ ਸੰਸਾਰ ਪ੍ਰਤਿਭਾ ਮੁਕਾਬਲਾ ਸੂਚਕ ਰਿਪੋਰਟ 2000 'ਚ 132 ਦੇਸ਼ਾਂ ਵਿੱਚੋਂ ਭਾਰਤ ਦਾ 72ਵਾਂ ਸਥਾਨ ਹੈ। ਅਮਰੀਕਾ ਦੂਸਰੇ ਤੇ ਚੀਨ 42ਵੇਂ ਨੰਬਰ ਤੇ ਹੈ। ਮਤਲਬ ਅਸੀਂ ਕਾਫੀ ਪਿੱਛੇ ਹਾਂ। ਹਾਂਜੀ, ਆਪਾਂ ਤੇ ਡਿਸਕਸ਼ਨ ਕਰਾਂਗੇ। ਐਕਚੁਅਲੀ ਇਹ ਸੂਚਕ ਆਮਦਨ ਤੇ ਵਿਕਾਸ ਅਨੁਸਾਰ ਤੈਅ ਹੁੰਦੇ ਨੇ। AI ਦੇ ਨਾਲ ਇਹਨਾਂ 'ਚ ਇੱਕ ਹੋਰ ਵੀ ਕਈ ਫੈਕਟਰਸ ਨੇ ਜਿਹੜੇ ਸ਼ਾਮਲ ਹੁੰਦੇ ਨੇ। ਬਿਲਕੁਲ ਪਾਪਾ। ਪਿਛਲੇ ਸਾਲ ਭਾਰਤ ਦਾ ਰੈਂਕ 80 ਸੀ, ਇਸ ਵਾਰ ਕੁਝ ਸੁਧਰਿਆ ਹੈ। ਠੀਕ ਹੈ, ਪਰ ਇਹ ਚੌਥੀ ਟੈਕਨੋਲੋਜੀ ਕ੍ਰਾਂਤੀ ਦਾ ਯੁੱਗ ਹੈ। AI ਸਭ ਖੇਤਰਾਂ 'ਚ ਗੇਮ ਚੇਂਜਰ ਬਣ ਜਾਣ ਕਰਕੇ ਬਹਿਸ ਦਾ ਮੁੱਖ ਮੁੱਦਾ ਬਣ ਚੁੱਕਾ। ਪਾਪਾ ਲੱਗਦਾ ਚਾਚਾ ਜੀ ਆ ਰਹੇ। ਹਾਂ, ਮਸੀਂ ਪੇਪਰ ਖਤਮ ਹੋਏ ਆ। ਅੱਛਾ ਬਈ, ਤੁਹਾਡੀ ਗੱਲਬਾਤ ਕਿੱਥੇ ਪਹੁੰਚੀ? ਲੱਗਿਆ ਹੋਇਆ, ਪਰ ਜਵਾਲਾ ਨਹੀਂ ਆਈ ਹਾਲੇ ਤੱਕ। ਉਹ ਜਵਾਲਾ ਕੱਲ ਰਾਤ ਵਾਲੀ ਫਿਲਮ ਹਜੇ ਉਹਦੀ ਰਹਿੰਦੀ ਹੈ, ਕਹਿੰਦੀ ਮੈਂ ਪੂਰਾ ਦੇਖ ਕੇ ਆਉਂਗੀ। ਹੋ ਜਦੋਂ ਦਾ ਲਾਕਡਾਊਨ ਲੱਗਾ ਨਾ, ਲੋਕੀ ਬਸ ਵੈਬ ਸੀਰੀਜ਼ ਹੀ ਦੇਖਣ ਡਏ ਅੱਜ ਕੱਲ੍ਹ। ਨਵੀਨ, ਅੱਜ ਕੱਲ੍ਹ ਵੈਸੇ ਜਿਹੜੀ AI ਹੈ ਨਾ, ਇੱਕ ਬਿਲਕੁਲ ਮੌਲਿਕ ਤਕਨੀਕ ਹੈ। ਉਤਪਾਦਨ ਵਧਾਉਣ ਤੇ ਸਮਾਜਿਕ ਸਮੱਸਿਆਵਾਂ ਨੂੰ ਹੱਲ ਕਰਨ 'ਚ ਮਦਦ ਕਰ ਸਕਦੀ ਹੈ। ਬਿਲਕੁਲ ਪਾਪਾ, AI ਤਾਂ ਤੇਜ਼ੀ ਨਾਲ ਵੱਧਦੀ ਤਕਨੀਕ ਹੈ। ਬਿਲਕੁਲ। ਹੁਣ ਤੁਸੀਂ ਦੇਖੋ, AI ਤਾਂ ਖੁਦ ਚੱਲਣ ਵਾਲੀਆਂ ਗੱਡੀਆਂ, ਖੁਦ ਅਨੁਵਾਦ ਕਰਨ ਵਾਲੀ ਪ੍ਰਣਾਲੀ, ਚਿੱਤਰ ਬਣਾਉਣ, ਈਵਨ ਇੱਥੋਂ ਤੱਕ ਕਿ ਇਲਾਜ ਪ੍ਰਣਾਲੀ ਤੇ ਹੋਰ ਕਈ ਸਿਸਟਮਸ ਦੇ ਵਿੱਚ ਪਿੱਠ ਪਿੱਛੇ ਜਿਹੜੀ ਟੈਕਨੀਕ ਖੜੀ ਹੈ ਉਹ AI ਹੈ। ਤਾਂ ਹੀ ਤਾਂ AI ਇੰਨੀ ਜ਼ਰੂਰੀ ਹੋ ਗਈ ਅੱਜ ਕੱਲ੍ਹ। ਪਰ ਮੈਨੂੰ ਇਹ ਲੱਗਦਾ ਵੀ ਅਸੀਂ ਤਾਂ ਇਸ ਦੌੜ ਦੇ ਵਿੱਚ ਕਾਫੀ ਪਿੱਛੇ ਹਾਂ ਹਜੇ। ਨਹੀਂ ਸੁਰਜੀਤ, ਇੱਦਾਂ ਨਹੀਂ, ਐਸੀ ਗੱਲ ਨਹੀਂ ਹੈ। ਜਿਹੜੇ ਸਰਵੇ ਉਹ ਦੱਸਦੇ ਆ ਕਿ AI ਤਕਨੀਕ 'ਚ ਭਾਰਤ 13ਵੇਂ ਤੇ 2019 ਦੀ ਨਿਪੁੰਨਤਾ ਰੈਂਕਿੰਗ ਵਿੱਚ 17ਵੇਂ ਸਥਾਨ ਤੇ ਹੈ। ਪਰ ਭਾਜੀ ਜਰਾ ਇਹ ਦੱਸੋ, ਇਹ ਕਿਹੜੇ ਦੇਸ਼ ਇਸ ਵਿੱਚ ਅੱਗੇ ਨੇ? ਅਮਰੀਕਾ,
ਸਿੰਗਾਪੁਰ, ਬ੍ਰਿਟੇਨ, ਦੱਖਣੀ ਕੋਰੀਆ ਤੇ ਚੀਨ ਸਭ ਤੋਂ ਉੱਪਰ ਨੇ। ਕੀ ਭਾਰਤ AI ਦੇ ਖੇਤਰ ਵਿੱਚ ਅੱਗੇ ਨਹੀਂ ਵੱਧ ਸਕਦਾ? ਪਹਿਲਾਂ ਸਾਨੂੰ ਦੇਖਣ ਦੀ ਲੋੜ ਹੈ ਕਿ ਇਹ ਦੇਸ਼ AI ਦੇ ਖੇਤਰ 'ਚ ਪ੍ਰਗਤੀ ਲਈ ਕੀ ਕਦਮ ਉਠਾ ਰਹੇ ਨੇ। ਫਿਰ ਸਾਨੂੰ ਆਪਣੀ ਖੁਦ ਦੀ ਰਣਨੀਤੀ ਬਣਾਉਣ ਦੀ ਜ਼ਰੂਰਤ ਹੈ। ਇਹ ਸਾਰੇ ਸਟੈਪ ਬਾਏ ਸਟੈਪ ਹੋਏਗਾ। ਬਿਲਕੁਲ ਪਾਪਾ। ਚੀਨ AI ਮਹਾਸ਼ਕਤੀ ਬਣਨ ਦੀਆਂ ਤੇ ਅਮਰੀਕਾ ਨਾਲ ਬਰਾਬਰੀ ਕਰਨ ਦੀਆਂ ਕੋਸ਼ਿਸ਼ਾਂ 'ਚ ਲੱਗਿਆ ਹੋਇਆ। ਬੇਟਾ, ਚੀਨ ਤੇ ਅਮਰੀਕਾ ਤਾਂ AI ਟੈਕਨੋਲੋਜੀ ਦਾ ਲਗਾਤਾਰ ਵਿਸਤਾਰ ਕਰ ਰਹੇ ਨੇ। ਮੈਨੂੰ ਕੁਝ ਸਮਝ ਤਾਂ ਆ ਰਿਹਾ ਹੈ, ਪਰ ਇਹਨਾਂ 'ਚ ਅੰਤਰ ਕੀ ਹੈ? ਸੁਰਜੀਤ, ਬੇਸਿਕ ਜਿਹੜਾ ਡਿਫਰੈਂਸ ਹੈ ਨਾ ਇਹਨਾਂ 'ਚ, ਉਹ ਇਹ ਹੈ ਕਿ ਅਮਰੀਕਾ 'ਚ AI ਨੂੰ ਲੈ ਕੇ ਜਿਹੜੀਆਂ ਵੀ ਕੋਸ਼ਿਸ਼ਾਂ ਹੋ ਰਹੀਆਂ ਨੇ ਉਹ ਪ੍ਰਾਈਵੇਟ ਕੰਪਨੀਆਂ ਕਰ ਰਹੀਆਂ ਨੇ, ਜਦ ਕਿ ਚੀਨ 'ਚ ਐਸੇ ਜਿਹੜੇ ਯਤਨ ਹੋ ਰਹੇ ਨੇ ਉਹ ਸਰਕਾਰੀ ਤੰਤਰ ਹੀ ਕਰ ਰਹੇ ਨੇ। ਬਿਲਕੁਲ ਠੀਕ ਹੈ ਪਾਪਾ। ਅਮਰੀਕਾ 'ਚ ਐਪਲ, ਐਮਾਜ਼ਨ, ਮਾਈਕਰੋਸਾਫਟ, ਇੰਟੈਲ, ਗੂਗਲ ਤੇ ਫੇਸਬੁੱਕ ਵਰਗੀਆਂ ਪ੍ਰਮੁੱਖ ਕੰਪਨੀਆਂ ਦਰਮਿਆਨ ਕਾਫੀ ਤਗੜਾ ਮੁਕਾਬਲਾ ਚੱਲ ਰਿਹਾ ਹੈ। ਮੈਂ ਵੀ ਸੁਣਿਆ ਚੀਨ 'ਚ ਵੀ ਅਲੀਬਾਬਾ ਤੇ ਉਹ ਕੀ ਕਹਿੰਦੇ ਨੇ ਉਹਨੂੰ ਬੇਟਾ, ਹੁਆਵੇਈ। ਹਾਂ, ਹੁਆਵੇਈ। ਇਹ ਟੈਕ ਦਿੱਗਜ ਜਿਹੜੇ ਨੇ AI 'ਚ ਵਿਕਾਸ ਦੀ ਅਗਵਾਈ ਕਰਦੇ ਨੇ। ਪਰ ਸਟਿਲ ਆਈ ਬਿਲੀਵ ਕਿ ਅਜੇ ਵੀ AI ਦੇ ਖੇਤਰ 'ਚ ਅਮਰੀਕਾ ਅੱਗੇ ਹੈ। ਪਰ ਇਹਦਾ ਕਾਰਨ ਕੀ ਹੈ ਪਾਪਾ? ਬੇਟਾ, ਅਮਰੀਕਾ 'ਚ AI ਦੀ ਸ਼ੁਰੂਆਤ ਕਰਨ ਦੇ ਮਾਹੌਲ ਦੀ ਜਿਹੜੀ ਪ੍ਰਣਾਲੀ ਹੈ ਨਾ, AI ਸਟਾਰਟਅਪ ਈਕੋਸਿਸਟਮ ਬਹੁਤ ਸਟਰੋਂਗ ਹੈ। ਹਾਂ। ਕਿਉਂ ਸਟਰੋਂਗ ਹੈ? ਕਿਉਂਕਿ ਇਹਨੂੰ ਕਾਰਜਸ਼ੀਲਤਾ ਤੇ ਪੂੰਜੀ ਨਿਵੇਸ਼ ਵਾਸਤੇ ਸਭ ਤੋਂ ਜ਼ਿਆਦਾ ਧਨ ਮਿਲਿਆ ਹੈ। ਲਓ, ਜਵਾਲਾ ਵੀ ਆ ਗਈ। ਕਿੱਥੇ ਸੀ ਬੱਚੇ? ਤੂੰ ਸੌਂ ਰਹੀ ਸੀ ਹਲੇ ਤੱਕ? ਨਹੀਂ ਪਾਪਾ, ਮੈਂ ਉਹ ਰਾਤ ਵਾਲੀ ਮੂਵੀ ਵੇਖ ਰਹੀ ਸੀ। ਬਸ ਅੱਛਾ। ਥੋੜੀ ਜਿਹੀ ਰਹਿ ਗਈ ਸੀ ਨਾ, ਉਹ ਖਤਮ ਕਰਕੇ ਆਈ ਹਾਂ। ਪਰ Okay. ਪਾਪਾ, AI ਵਿੱਚ ਮੁੱਖ ਭੂਮਿਕਾ ਨਿਭਾਉਣ ਵਾਲੇ ਰਿਵਾਇਤੀ ਸੈਮੀਕੰਡਕਟਰ ਤੇ ਕੰਪਿਊਟਰ ਚਿਪਸ ਦੋਹਾਂ ਦੇ ਵਿਕਾਸ ਦੇ ਵਿੱਚ ਅਮਰੀਕਾ ਮੋਹਰੀ ਹੈ। ਬਿਲਕੁਲ ਠੀਕ ਕਿਹਾ। AI ਦੇ ਵਾਤਾਵਰਣ ਦੀ ਪ੍ਰਣਾਲੀ 'ਚ ਸ਼ਾਮਿਲ ਪਤਾ ਕੀ ਹੈ? ਮਸ਼ੀਨ ਲਰਨਿੰਗ, ਡੀਪ ਲਰਨਿੰਗ ਤੇ ਆਰਟੀਫੀਸ਼ੀਅਲ ਨੈਰੋ ਇੰਟੈਲੀਜੈਂਸ ਦੀਆਂ ਧਾਰਨਾਵਾਂ। ਬਿਲਕੁਲ ਸਹੀ ਕਿਹਾ ਪੁੱਤਰ। ਚਾਚਾ ਜੀ, ਤੁਹਾਡਾ ਮੋਬਾਈਲ ਵੱਜ ਰਿਹਾ ਸੀ, ਤੁਸੀਂ ਸੁਣਿਆ ਹੀ ਨਹੀਂ, ਤਾਂ ਮੈਂ ਜਵਾਬ ਦਿੱਤਾ। ਕਿਸ ਦੀ ਕਾਲ ਸੀ ਬੇਟਾ? ਰਵੀ ਅੰਕਲ ਸੀ ਕੋਈ। ਅੰਕਲ ਨੂੰ ਨਾ ਤੁਹਾਡੀ ਕੰਪਨੀ ਦੇ ਹੈੱਡ ਆਫਿਸ ਦੇ ਵਿੱਚ ਕੁਝ ਕੰਮ ਹੈ, ਇਸ ਲਈ ਉਹ ਤਿਰੂਪਤੀ ਤੋਂ ਇੱਥੇ ਆ ਰਹੇ ਨੇ। ਵਾਹ, ਉਹ ਤਾਂ AI ਤੇ ਮਸ਼ੀਨ ਲਰਨਿੰਗ ਦੇ ਖੇਤਰ 'ਚ ਬੜੀ ਵੱਡੀ ਖੋਜ ਕਰ ਰਹੇ ਨੇ। ਬਿਲਕੁਲ ਠੀਕ ਕਿਹਾ ਚਾਚਾ ਜੀ। ਭਾਰਤ ਦੀ ਸਿਲੀਕਨ ਵੈਲੀ ਯਾਨੀ ਬੈਂਗਲੁਰੂ, ਉੱਥੇ ਆ ਕੇ ਉਹ ਸਾਨੂੰ ਦੱਸਣਗੇ ਕਿ AI ਉੱਪਰ ਧਿਆਨ ਦੇਣ ਨਾਲ ਭਾਰਤ ਕਿਵੇਂ ਟੈਕਨੋਲੋਜੀ ਹੱਬ ਬਣਨ ਜਾ ਰਿਹਾ ਹੈ। ਅੰਕਲ ਲੰਚ ਵਾਸਤੇ ਆ ਰਹੇ ਨੇ। ਕੀ ਤੁਸੀਂ ਆਪਣੀ ਚਰਚਾ ਫਿਲਹਾਲ ਰੋਕ ਰਹੇ ਹੋ? ਨਹੀਂ ਬੇਟਾ। ਪਾਪਾ, ਕੁਝ ਦੇਸ਼ਾਂ 'ਚ AI ਦੇ ਸਫਲ ਪ੍ਰਯੋਗਾਂ ਬਾਰੇ ਤਾਂ ਦੱਸੋ, ਉਹ ਤਾਂ ਦੱਸਿਆ ਨਹੀਂ ਤੁਸੀਂ। ਰਿਲੈਕਸ ਬੇਟਾ। ਰਵੀ AI ਦੇ ਖੇਤਰ 'ਚ ਭਾਰਤ ਨੂੰ ਜਿਹੜੀਆਂ ਚੁਣੌਤੀਆਂ ਨੇ ਉਹਨਾਂ ਬਾਰੇ ਵੀ ਕਈ ਨਵੀਆਂ ਗੱਲਾਂ ਦੱਸਣਗੇ। ਠੀਕ ਹੈ, ਮੈਂ ਵੀ ਚਰਚਾ ਦਾ ਹਿੱਸਾ ਬਣੂੰਗੀ। ਮੈਂ ਹੁਣੇ ਇੱਕ ਫਿਲਮ ਵੇਖੀ ਸੀ ਜਿਹਦੇ ਵਿੱਚ ਰੋਬੋਟ ਇੱਕ ਬਜ਼ੁਰਗ ਵਿਅਕਤੀ ਦੀ ਦੇਖਭਾਲ ਕਰਦਾ ਹੈ ਤੇ ਸਾਰੇ ਦਿਨ ਦੇ ਕੰਮ ਕਰਨ ਦੇ ਵਿੱਚ ਉਹਦੀ ਮਦਦ ਵੀ ਕਰਦਾ ਹੈ। ਕਾਸ਼ ਸਾਡੇ ਕੋਲੇ ਵੀ ਇਹੋ ਜਿਹਾ ਇੱਕ ਰੋਬੋਟ ਹੋਵੇ ਜਿਹੜਾ ਮੇਰੀ ਰਸੋਈ ਦੇ ਕੰਮਾਂ ਦੇ ਵਿੱਚ ਮਦਦ ਕਰ ਦੇ। ਤਾਂ ਬੇਟਾ, ਤੁਸੀਂ AI ਪਾਵਰਡ ਰੋਬੋਟ ਕ੍ਰਾਂਤੀ ਨੂੰ ਰਸੋਈ 'ਚ ਵਿੱਚ ਵੀ ਚਾਹੁੰਦੇ ਹੋ? ਬਿਲਕੁਲ। ਪਰ ਭਾਜੀ, ਮੈਨੂੰ ਤਾਂ ਇਹ ਮਜ਼ਾਕ ਵਰਗਾ ਸੁਪਨਾ ਲੱਗਦਾ। ਤੁਸੀਂ ਅੱਛਾ ਅਮਰੀਕਾ ਬਾਰੇ ਕੁਝ ਕਹਿ ਰਹੇ ਸੀ, ਉਹ ਦੱਸੋ। ਦੇਖ ਸੁਰਜੀਤ, ਅਮਰੀਕਾ 'ਚ ਨਾ ਇੱਕ ਸਥਾਪਿਤ ਟੈਕਨੀਕਲ ਕਲਚਰ, ਤਕਨੀਕੀ ਸੱਭਿਆਚਾਰ। ਅੱਜ ਕੋਈ ਸ਼ੱਕ ਨਹੀਂ ਕਿ ਯੂਰਪੀਅਨ ਸੰਘ ਜਾਂ ਚੀਨ ਦੇ ਮੁਕਾਬਲੇ AI ਦੇ ਵਿਸ਼ਿਆਂ ਉੱਪਰ ਇਹ ਘੱਟ ਖੋਜ ਪੱਤਰ ਪ੍ਰਕਾਸ਼ਿਤ ਕਰਦਾ ਹੈ, ਪਰ ਉਹ ਹੁੰਦੇ ਨੇ ਸਭ ਤੋਂ ਵਧੀਆ। ਪਰ ਭਾਜੀ, ਇਹ ਕੀ AI ਦੀ ਕੋਈ ਉੱਥੇ ਰਾਸ਼ਟਰੀ ਰਣਨੀਤੀ ਹੈ? ਐਬਸੋਲੂਟਲੀ। ਅੱਛਾ। ਦੇਖੋ, ਅਮਰੀਕਾ ਨੇ 2011 ਚ ਰਾਸ਼ਟਰੀ ਬਣਾਉਟੀ ਬੌਧਿਕਤਾ ਖੋਜ ਤੇ ਵਿਕਾਸ ਰਣਨੀਤਿਕ ਯੋਜਨਾ ਜਾਰੀ ਕੀਤੀ, ਵਾਹ, ਜਿਹੜੀ 2019 ਚ ਸੋਧੀ ਗਈ। ਹੁਣ ਅਮਰੀਕਾ ਨੇ AI ਵਿੱਚ ਦੀਰਘਕਾਲ ਨਿਵੇਸ਼ ਨੂੰ ਪ੍ਰਮੁੱਖਤਾ ਦਿੱਤੀ ਤੇ AI ਦੇ ਖੇਤਰ 'ਚ ਖੁਦ ਨੂੰ ਮੋਹਰੀ ਬਣਾਏ ਰੱਖਣ ਲਈ ਹਰ ਕੋਸ਼ਿਸ਼ ਕੀਤੀ। ਤੇ ਪਾਪਾ, ਮੈਨੂੰ ਤਾਂ ਲੱਗਦਾ ਹੈ ਕਿ ਉਹਨਾਂ ਦੀ ਯੋਜਨਾ ਬਿਲਕੁਲ ਠੀਕ ਕੰਮ ਕਰ ਰਹੀ ਹੈ। ਬਿਲਕੁਲ। AI 'ਚ ਤਕਨੀਕੀ ਸਫਲਤਾ ਹਾਸਲ ਕਰਕੇ ਇਹਨਾਂ ਨੂੰ ਸਮਰੱਥਾਵਾਂ 'ਚ ਬਦਲਣ ਲਈ ਸਰਕਾਰ, ਸਿੱਖਿਆ ਉਦਯੋਗ, ਹੋਰ ਗੈਰ ਸੰਘੀ ਸੰਸਥਾਵਾਂ ਤੇ ਅੰਤਰਰਾਸ਼ਟਰੀ ਸਹਿਯੋਗੀਆਂ ਦੇ ਵਿੱਚ ਸਾਂਝੇਦਾਰੀ ਦਾ ਮਹੱਤਵ ਵਧ ਰਿਹਾ। ਨਾਲੇ AI ਤਕਨੀਕ 'ਚ ਸਵਿਟਜ਼ਰਲੈਂਡ ਵੀ ਕਈ ਹੋਰ ਦੇਸ਼ਾਂ ਤੋਂ ਅੱਗੇ ਹੈ। ਬਿਲਕੁਲ ਬੇਟਾ, ਸਵਿਟਜ਼ਰਲੈਂਡ ਤਾਂ AI ਦਾ ਹੱਬ ਬਣ ਗਿਆ, ਸਭ ਤੋਂ ਜ਼ਿਆਦਾ ਪੇਟੈਂਟ ਲੈ ਗਿਆ। ਇੱਥੇ ਵਿਸ਼ਵ ਪ੍ਰਸਿੱਧ AI ਯੂਨੀਵਰਸਿਟੀਆਂ ਤੇ ਖੋਜ ਸੰਸਥਾਵਾਂ ਨੇ। ਗੂਗਲ, IBM, ਮਾਈਕਰੋਸਾਫਟ, ਐਦਾਂ ਦੇ ਟੈਕ ਜਾਇੰਟਸ ਨੇ ਜਿਹੜੇ ਆਪਣਾ ਖੋਜ ਕਾਰਜ ਚਲਾਉਂਦੇ ਨੇ।
ਪਰ ਚੀਨ ਵੀ ਤਾਂ ਅਮਰੀਕਾ ਨਾਲ ਮੁਕਾਬਲੇਬਾਜ਼ੀ ਵਿੱਚ ਹੈ। ਹਾਂ ਬੇਟਾ, ਮੈਂ ਵੀ ਸੁਣਿਆ ਚੀਨ AI ਖੋਜ ਵਿੱਚ ਕਾਫੀ ਅੱਗੇ ਹੈ। 2030 ਤੱਕ AI ਸ਼ਕਤੀ ਬਣਨ ਲਈ $150 ਬਿਲੀਅਨ ਯਾਨੀ 11,13,000 ਕਰੋੜ ਰੁਪਏ ਦੇ ਨਾਲ ਘਰੇਲੂ AI ਉਦਯੋਗ ਬਣਾਉਣ ਲਈ ਪ੍ਰਤੀਬੱਧ ਹੈ। ਚੀਨ AI ਲਹਿਰ ਬਣਾ ਕੇ ਅਮਰੀਕਾ ਤੋਂ ਵੀ ਅੱਗੇ ਨਿਕਲਣ ਦੀ ਕੋਸ਼ਿਸ਼ 'ਚ ਹੈ, ਕੋਈ ਸ਼ੱਕ ਨਹੀਂ। ਚਿਹਰੇ ਦੀ ਪਛਾਣ ਤੇ AI ਚਿਪਸ, ਇਹ ਦੋ ਮੇਨ ਟੈਕਨੋਲੋਜੀਜ਼ ਨੇ AI 'ਚ ਚੀਨ ਨੂੰ ਅਗਲੇ ਪੱਧਰ ਤੇ ਲਿਜਾ ਰਹੀਆਂ ਨੇ। ਚਿਹਰੇ ਦੀ ਪਛਾਣ? ਚਿਹਰੇ ਦੀ ਪਛਾਣ ਤਾਂ ਕਮਾਲ ਹੈ। ਬਿਲਕੁਲ ਬੇਟਾ, ਇਹ ਅਪਰਾਧ ਤੇ ਭ੍ਰਿਸ਼ਟਾਚਾਰ ਨੂੰ ਨਿਯੰਤਰਿਤ ਕਰਨ ਦੇ ਵਿੱਚ ਨਿਗਰਾਨੀ ਕਾਰਜਕ੍ਰਮ ਹੈ। ਸਮਾਜਿਕ ਵਿਵਹਾਰ ਨੂੰ ਨਿਯਮਿਤ ਕਰਨ ਲਈ ਸ਼ਾਪਿੰਗ ਮਾਲ, ਸੜਕਾਂ, ਇਮਾਰਤਾਂ ਤੇ ਹੋਰ ਸੰਸਥਾਵਾਂ ਵਿੱਚ ਲੋਕਾਂ ਉੱਪਰ ਨਜ਼ਰਸਾਨੀ ਲਈ ਇਹ ਵਰਤਿਆ ਜਾਂਦਾ ਹੈ। ਪਰ ਬਾਬਾ ਇੱਕ ਗੱਲ ਹੈ, ਅਸੀਂ ਵੀ ਤਾਂ ਚਿਹਰੇ ਦੀ ਪਛਾਣ ਦੀ ਤਕਨੀਕ ਦੀ ਵਰਤੋਂ ਕਰ ਰਹੇ ਹਾਂ। ਹਾਂ ਬੇਟਾ, ਪਰ ਬਹੁਤ ਘੱਟ। ਹੁਣੇ ਦਿੱਲੀ ਤੇ ਯੂਪੀ ਦੀ ਪੁਲਿਸ ਨੇ ਵਿਰੋਧ ਪ੍ਰਦਰਸ਼ਨ ਵਾਲਿਆਂ ਤੇ ਰੈਲੀਆਂ ਵਿੱਚ ਭਾਗ ਲੈਣ ਵਾਲਿਆਂ ਉੱਪਰ ਨਜ਼ਰ ਰੱਖਣ ਲਈ ਇਸ ਤਕਨੀਕ ਦੀ ਵਰਤੋਂ ਕੀਤੀ। ਹਾਲਾਂਕਿ ਪਰ ਭਾਜੀ ਦੱਖਣੀ ਕੋਰੀਆ ਵੀ AI ਸਮਰਥਾਵਾਂ ਤੇ ਇੱਛਾਵਾਂ ਹੋਣ ਕਾਰਨ ਭਾਰੀ ਨਿਵੇਸ਼ ਕਰ ਰਿਹਾ ਹੈ। ਉਹ 2022 ਤੱਕ AI ਦੇ 4 ਵੱਡੇ ਦਾਅਵੇਦਾਰਾਂ ਵਿੱਚੋਂ ਇੱਕ ਬਣਨਾ ਚਾਹੁੰਦਾ ਹੈ। ਸੁਰਜੀਤ, ਦੱਖਣੀ ਕੋਰੀਆ ਉਦਯੋਗਿਕੀ ਰੋਬੋਟਿਕਸ ਤਕਨੀਕ ਵਰਤ ਰਿਹਾ ਹੈ। ਇੱਥੇ ਸੈਮਸੰਗ, LG ਤੇ ਹੁੰਡਈ ਵਰਗੀਆਂ ਵੱਡੀਆਂ ਟੈਕ ਕੰਪਨੀਆਂ AI ਵਿੱਚ ਨਿਵੇਸ਼ ਕਰਨ ਲਈ ਉਤਸੁਕਤਾ ਵਿਖਾ ਰਹੀਆਂ ਨੇ। ਮੈਨੂੰ ਤਾਂ ਲੱਗਦਾ ਹੈ ਕਿ ਦੋਵੇਂ AI ਨੂੰ ਦੇਸ਼ ਦੇ ਲਈ ਮਹੱਤਵਪੂਰਨ ਤਕਨੀਕ ਮੰਨਦੇ ਨੇ। ਹਾਂ ਬੇਟਾ, ਪਰ ਉਹਨਾਂ ਨੂੰ ਵੀ ਸਥਾਨਕ AI ਦੇ ਖੇਤਰ 'ਚ ਲੰਬੇ ਸਮੇਂ ਤੱਕ ਹੋਣ ਵਾਲੇ ਵਿਕਾਸ ਲਈ ਕਈ ਚੈਲੰਜਸ ਦਾ ਸਾਹਮਣਾ ਕਰਨਾ ਪੈ ਰਿਹਾ। AI ਮਸ਼ੀਨ ਲਰਨਿੰਗ ਯਾਨੀ ML ਤਕਨੀਕ 'ਚ ਤਾਂ ਫਰਾਂਸ, ਜਾਪਾਨ, ਕੈਨੇਡਾ, ਸਿੰਗਾਪੁਰ, ਬ੍ਰਿਟੇਨ ਤੇ ਹੁਣ ਰੂਸ ਵੀ ਅੱਗੇ ਨੇ। ਬਿਲਕੁਲ, ਇਹ ਸਾਰੇ AI ਰਾਹੀਂ ਵਿਗਿਆਨ, ਟੈਕਨੋਲੋਜੀ, ਇੰਜੀਨੀਅਰਿੰਗ ਤੇ ਗਣਿਤ ਦੇ ਪ੍ਰਤਿਭਾ ਵਿਕਾਸ ਸੰਸਾਧਨਾਂ ਦੀ ਵੰਡ ਵਿੱਚ ਕਾਫੀ ਵਾਧਾ ਕਰ ਰਹੇ ਨੇ। ਤੇ ਕੈਨੇਡਾ ਤੇ ਰੂਸ ਵੀ ਵੱਡੇ ਪੈਮਾਨੇ ਤੇ ਨਿਵੇਸ਼ ਕਰ ਰਹੇ ਨੇ ਬਾਬਾ। ਉਹ ਵੀ ਨਵੀਨ ਇਹਨਾਂ ਦੇਸ਼ਾਂ 'ਚ AI ਯੁਕਤ ਫਾਈਟਰ ਜੈਟ ਤੇ ਸਵੈ ਚੱਲੇ ਤੋਪਖਾਨੇ ਵਰਗੇ ਸੈਨਿਕ ਸਮਾਨ ਵੀ ਵਰਤੇ ਜਾਂਦੇ ਨੇ। ਰੂਸੀ ਰਾਸ਼ਟਰਪਤੀ ਪੁਤਿਨ ਨੇ ਕਿਹਾ ਹੈ ਕਿ AI 'ਚ ਲਾਗੂ ਰਹਿਣ ਵਾਲਾ ਦੇਸ਼ ਹੀ ਦੁਨੀਆ ਉੱਪਰ ਰਾਜ ਕਰੇਗਾ। ਆ ਜਵਾਲਾ ਬੇਟੇ, ਦੇਖ ਕੌਣ ਆਇਆ। ਆ ਰਹੀ ਹਾਂ। ਨਮਸਤੇ ਅੰਕਲ, ਅਸੀਂ ਤੁਹਾਡਾ ਹੀ ਇੰਤਜ਼ਾਰ ਕਰ ਰਹੇ ਸੀ। ਆਓ ਜੀ ਆਓ, ਸਵਾਗਤ ਹੈ ਰਵੀ ਜੀ, ਆਓ। ਆ ਜਾਓ। ਨਮਸਕਾਰ ਜੀ, ਸਭ ਨੂੰ ਨਮਸਕਾਰ। ਨਮਸਕਾਰ। ਇਹ ਵਾਸੂ ਨੇ, ਇਹ ਮੇਰੇ ਡਰਾਈਵਰ ਨੇ। ਹਾਂ। ਤੇ ਬਹੁਤ ਵਧੀਆ ਮੇਰੇ ਦੋਸਤ ਵੀ ਨੇ। ਅਰੇ ਬੈਠੋ ਬੇਟਾ। ਮੈਂ ਦੱਸਣਾ ਚਾਹੁੰਦਾ ਜੀ, ਇੱਕ ਕਿਸਾਨੀ ਪਰਿਵਾਰ ਤੋਂ ਨੇ। ਵਾਹ ਜੀ ਵਾਹ, ਵਾਹ, ਸਵਾਗਤ ਹੈ ਦੋਨਾਂ ਦਾ ਸਵਾਗਤ। ਰਵੀ ਜੀ, ਬਹੁਤ ਦਿਨਾਂ ਬਾਅਦ ਚੱਕਰ ਲੱਗਾ। ਹਾਂ ਬਿਲਕੁਲ ਸੁੰਦਰ ਜੀ, ਤੁਸੀਂ ਠੀਕ ਕਿਹਾ, ਮਜਬੂਰੀ ਸੀ ਭਈ। ਆ ਲਾਕਡਾਊਨ ਨੇ ਸਾਰਾ ਕੰਮਕਾਰ ਠੱਪ ਕਰਕੇ ਰੱਖਿਆ ਸੀ ਭਈ। ਅੱਜ ਮੈਂ ਤਾਂ ਇੱਥੇ ਆਪਣੇ ਵਿਗਿਆਨੀਆਂ ਤੇ ਖੋਜੀ ਦੋਸਤਾਂ ਨੂੰ ਮਿਲਣ ਆਇਆ। ਮਾਫ ਕਰਨਾ, ਅੱਜ ਤੁਹਾਡੀਆਂ ਭਾਬੀਆਂ ਨੇ ਜਿਹੜੀਆਂ ਉਹ ਕਿੱਟੀ ਤੇ ਗਈਆਂ ਮੈਂ ਬਾਜ਼ਾਰੋਂ ਨਾ ਛੋਲੇ ਭਟੂਰੇ ਲੈ ਕੇ ਆਇਆ। ਹੁਣ ਤੁਸੀਂ ਦੇਰ ਨਾ ਲਾਓ, ਤਿਆਰੀ ਕਰ ਲਓ। ਇਹ ਆਈਡੀਆ ਵਧੀਆ ਸੁਰਜੀਤ। ਪਹਿਲਾਂ ਅਸੀਂ ਪੇਟ ਪੂਜਾ ਕਰ ਲਈਏ, ਫਿਰ ਗੱਲਬਾਤ ਕਰਾਂਗੇ। ਮਜ਼ਾ ਆਏਗਾ। ਠੀਕ ਹੈ ਜੀ, ਫਿਰ ਜਿਵੇਂ ਤੁਸੀਂ ਕਹੋ। ਬਹੁਤ ਬਹੁਤ ਸ਼ੁਕਰੀਆ ਸਰ। ਬਈ ਮੇਰਾ ਤਾਂ ਪੇਟ ਭਰ ਗਿਆ ਜੀ। ਭਾਜੀ ਜੋ ਤੁਸੀਂ ਮੰਗਾਇਆ ਸੀ ਨਾ, ਸੱਚੀ ਇਹ ਬਹੁਤ ਸਵਾਦ ਮੰਗਾਇਆ ਸੀ, ਮਜ਼ਾ ਆ ਗਿਆ ਖਾ ਕੇ। ਅੱਛਾ ਪਾਪਾ, ਤੁਸੀਂ ਅਮਰੀਕਾ, ਚੀਨ, ਦੱਖਣੀ ਕੋਰੀਆ ਇਹਨਾਂ ਸਾਰੇ ਦੇਸ਼ਾਂ 'ਚ AI ਦੀਆਂ ਸਫਲਤਾਵਾਂ ਬਾਰੇ ਤਾਂ ਕਈ ਗੱਲਾਂ ਦੱਸੀਆਂ, ਪਰ AI ਵਿਕਾਸ ਦੇ ਲਈ ਭਾਰਤ ਦੀਆਂ ਰਣਨੀਤੀਆਂ ਬਾਰੇ ਤੁਸੀਂ। ਦੇਖ ਬੇਟਾ, ਭਾਰਤ ਦੀ ਵੀ ਲੋੜ ਹੈ ਕਿ AI ਨੂੰ ਵਿਕਾਸ ਦੇ ਮਹੱਤਵਪੂਰਨ ਤੱਤ ਦੇ ਰੂਪ ਵਿੱਚ ਵੇਖੀਏ। ਇਸ ਬਾਰੇ ਰਵੀ ਜੀ ਸਾਨੂੰ ਜ਼ਿਆਦਾ ਵਿਸਤਾਰ 'ਚ ਦੱਸਣਗੇ। ਹਾਂ, AI ਆਧਾਰਿਤ ਭਵਿੱਖ ਲਈ ਤਾਂ ਆਪਣੇ ਰਣਨੀਤਿਕ ਹਿੱਤਾਂ ਦੀ ਸੁਰੱਖਿਆ ਵਾਸਤੇ ਜ਼ਰੂਰੀ ਹੈ ਕਿ ਅਸੀਂ ਨੌਕਰੀਆਂ ਤੇ ਹੁਨਰ ਬਾਜ਼ਾਰਾਂ ਦੇ ਵਿਕਾਸ ਲਈ AI ਖੋਜ ਖੇਤਰ ਤੇ ਬੁਨਿਆਦੀ ਢਾਂਚਾ ਤਿਆਰ ਕਰੀਏ। ਅੰਕਲ, ਹਾਂਜੀ। ਭਾਰਤ ਸਾਹਮਣੇ AI ਨੂੰ ਲੈ ਕੇ ਕਿਹੜੀਆਂ-ਕਿਹੜੀਆਂ ਚੁਣੌਤੀਆਂ ਨੇ? ਮੈਂ ਦੱਸਦਾ। ਉਹ ਵਾਸੂ ਯਾਰ, ਤੂੰ ਪਾਸੇ ਹੋ ਕੇ ਕਿਉਂ ਬੈਠਾ ਹੈ? ਉਹ ਯਾਰ, ਤੂੰ ਵੀ ਚਰਚਾ 'ਚ ਸ਼ਾਮਲ ਹੋ ਸਕਦਾ ਹੈ। ਬਿਲਕੁਲ ਬਿਲਕੁਲ, ਆਓ ਤੁਸੀਂ ਵੀ ਨਾਲ ਆਓ। ਅੰਕਲ, ਇੱਕ ਹੋਰ ਗੱਲ ਦੱਸਿਓ, ਦੂਸਰੇ ਦੇਸ਼ਾਂ ਦੇ ਮੁਕਾਬਲੇ ਭਾਰਤ ਨੇ AI ਤਕਨੀਕ ਨੂੰ ਲੈ ਕੇ ਇੰਨੀ ਦੇਰ ਕਿਉਂ ਕਰ ਦਿੱਤੀ? ਦੇਖੋ, ਕੁਝ ਹੱਦ ਤੱਕ ਦੇਰ ਤਾਂ ਹੋਈ ਹੈ, ਪਰ ਹੁਣੇ ਹੀ ਭਾਰਤ ਸਰਕਾਰ ਨੇ ਆ ਨਵੀਆਂ ਤੇ ਹੋਰ ਉੱਭਰ ਰਹੀਆਂ ਤਕਨੋਲੋਜੀਆਂ
ਤੇ ਖੋਜ ਤੇ ਵਿਕਾਸ ਦੇ ਮਾਰਗਦਰਸ਼ਨ ਲਈ AI ਉੱਪਰ ਇੱਕ ਰਾਸ਼ਟਰੀ ਪੱਧਰ ਦਾ ਕਾਰਜਕ੍ਰਮ ਬਣਾਉਣ ਵਾਸਤੇ ਆਪਣੇ ਨੀਤੀ ਆਯੋਗ ਨੂੰ ਕਹਿ ਦਿੱਤਾ। ਇਹ ਸਰ ਨੀਤੀ ਆਯੋਗ ਕੀ ਹੈ? ਇੱਥੇ ਨੀਤੀ ਦਾ ਮਤਲਬ ਨੈਤਿਕਤਾ ਹੋਣਾ ਚਾਹੀਦਾ ਹੈ। ਉਹ ਨਹੀਂ ਬੇਟਾ, ਨੀਤੀ NITI ਇਹਦਾ ਮਤਲਬ ਹੈ ਨੈਸ਼ਨਲ ਇੰਸਟੀਚਿਊਟ ਫਾਰ ਟਰਾਂਸਫਾਰਮਿੰਗ ਇੰਡੀਆ। ਇਹਨੇ ਯੋਜਨਾ ਕਮਿਸ਼ਨ ਦੀ ਥਾਂ ਲਈ ਹੈ। ਪਾਪਾ, ਕੀ ਨੀਤੀ ਆਯੋਗ ਨੇ ਕੋਈ ਕਾਰਵਾਈ ਕੀਤੀ? ਨਵੀਨ ਬੇਟੇ, ਇਹ ਮੈਂ ਤੈਨੂੰ ਦੱਸਾਂ। ਦੇਖੋ, ਬਿਲਕੁਲ ਕੀਤੀ ਹੈ ਵੀ ਇਹਨੇ ਖੇਤੀ ਤੇ ਸਿਹਤ ਦੇ ਖੇਤਰਾਂ ਦੇ ਵਿੱਚ AI ਯੋਜਨਾ ਨੂੰ ਲਾਗੂ ਕਰਨ ਲਈ ਆ ਜਿਹੜੀਆਂ ਪ੍ਰਮੁੱਖ AI ਟੈਕਨੋਲੋਜੀ ਹਸਤੀਆਂ ਨੇ ਉਹਨਾਂ ਨਾਲ ਸਾਂਝ ਪਿਆਲੀ ਕੀਤੀ ਹੈ। ਇਹ ਖੇਤੀਬਾੜੀ ਦੀ ਮਦਦ ਕਿਵੇਂ ਕਰਦੇ ਨੇ? ਦੇਖੋ ਜੀ, ਕਈ ਜ਼ਿਲ੍ਹਿਆਂ ਵਿੱਚ ਸਟੀਕ ਖੇਤੀਬਾੜੀ ਸ਼ੁਰੂ ਕੀਤੀ ਗਈ ਹੈ। ਇਹ ਸਟੀਕ ਖੇਤੀਬਾੜੀ ਦਾ ਕੀ ਮਤਲਬ ਹੋਇਆ? ਸਟੀਕ ਖੇਤੀਬਾੜੀ ਨੂੰ ਅਸੀਂ ਉਪਗ੍ਰਹਿ ਖੇਤੀ ਯਾਨੀ ਕਿ ਸੈਟੇਲਾਈਟ ਫਾਰਮਿੰਗ ਵੀ ਕਹਿੰਦੇ ਆ। ਭਾਈ ਇਹਦਾ ਉਦੇਸ਼ ਹੈ ਕਿ ਸੰਸਾਧਨਾਂ ਨੂੰ ਸੁਰੱਖਿਅਤ ਰੱਖਦੇ ਹੋਏ ਖੇਤੀ ਉਤਪਾਦਨ ਨੂੰ ਵਧਾਉਣਾ। ਉਪਗ੍ਰਹਿ ਦੀ ਇਹਦੇ ਵਿੱਚ ਕੀ ਮਹੱਤਤਾ ਹੈ ਅੰਕਲ? ਬਿਲਕੁਲ ਮਹੱਤਤਾ ਹੈ ਬੇਟੇ, ਵੀ ਉਪਗ੍ਰਹਿ ਦਾ ਉਪਯੋਗ ਖੇਤੀ ਵਿੱਚ AI ਰਾਹੀਂ ਇਮੇਜਨਰੀ ਮੌਸਮੀ ਡਾਟਾ ਆਦਿ ਸਲਾਹਾਂ ਦੀ ਮਦਦ ਦੇ ਨਾਲ ਉਪਜ ਵਧਾਉਂਦਾ ਹੈ। ਇਹ ਤਾਂ ਬਹੁਤ ਵਧੀਆ ਕੋਸ਼ਿਸ਼ ਹੈ। ਹਾਂ, ਉਹ ਤਾਂ ਹੈ। ਸਿਹਤ ਦੇ ਖੇਤਰ 'ਚ ਮਨੁੱਖੀ ਦਖਲਅੰਦਾਜ਼ੀ ਘੱਟ ਤੋਂ ਘੱਟ ਕਰਨ ਲਈ ਰੋਬੋਟਿਕਸ ਸਟਾਰਟਅਪਸ ਹਸਪਤਾਲਾਂ 'ਚ ਰੋਬੋਟ ਤਾਇਨਾਤ ਕਰ ਰਹੇ ਨੇ। ਬਿਲਕੁਲ ਬਈ, ਰੋਬੋਟਸ ਤਾਂ ਸਾਫ਼ ਸਫਾਈ ਵਿੱਚ ਤੇ ਸੰਕਰਮਿਤ ਰੋਗੀਆਂ ਨੂੰ ਖਾਣਾ ਦਵਾਈਆਂ ਪਹੁੰਚਾਉਣ ਲਈ ਵਰਤੇ ਜਾ ਸਕਦੇ ਨੇ। ਤਾਪਮਾਨ ਨੋਟ ਕਰ ਸਕਦੇ ਨੇ, ਆਪਾਤਕਾਲੀਨ ਸਥਿਤੀ 'ਚ ਡਾਕਟਰਾਂ ਦੇ ਨਾਲ ਵੀਡੀਓ ਕਾਲ ਕਰ ਸਕਦੇ ਨੇ। ਕੈਨ ਯੂ ਇਮੇਜਿਨ ਦੈਟ? ਹਾਂਜੀ ਬਿਲਕੁਲ। ਨਾਲੇ ਇੱਕ ਗੱਲ ਹੋਰ ਵੀ ਆ ਪਰਛਾਈ ਪਹਿਚਾਣ, ਜਿਹਨੂੰ ਅਸੀਂ ਇਮੇਜ ਰੀਕੋਗਨੀਸ਼ਨ ਕਹਿੰਦੇ ਆ, ਵੀ ਇਹਦਾ ਇਸਤੇਮਾਲ ਪੈਥੋਲੋਜਿਸਟਾਂ ਤੇ ਰੇਡੀਓਲੋਜਿਸਟਾਂ ਦੇ ਕੰਮ ਨੂੰ ਸੌਖਾ ਬਣਾਉਣ ਲਈ ਹੋ ਸਕਦਾ ਹੈ। ਡਾਇਬੀਟਿਕ ਰੈਟੀਨੋਪੈਥੀ ਤੇ ਦਿਲ ਦੇ ਖਤਰੇ ਦੀ ਪਹਿਚਾਣ ਤੇ ਇਹਦੇ ਇਲਾਜ ਵਾਸਤੇ ਵੀ ਰਿਪੋਰਟ ਵਰਤੇ ਜਾ ਸਕਦੇ ਨੇ। ਪਰ ਅੰਕਲ, ਕੋਵਿਡ ਦੌਰਾਨ ਤਾਂ ਕਿਤੇ ਕੋਈ ਨਜ਼ਰ ਨਹੀਂ ਆਇਆ ਰੋਬੋਟ। ਬਿਲਕੁਲ ਠੀਕ ਹੈ ਨਵੀਨ ਬੇਟੇ, ਅਜਿਹਾ ਕਰ ਲੈਂਦੇ ਨਾ ਤੇ ਸਾਡੀਆਂ ਸਮੱਸਿਆਵਾਂ ਬਹੁਤ ਹੱਦ ਤੱਕ ਘਟ ਜਾਣੀਆਂ ਸਨ। ਤੇ ਬੇਟਾ, ਤੈਨੂੰ ਪਤਾ ਕਿ ਭਾਰਤ ਵਿੱਚ ਇੱਕ ਕੁਦਰਤੀ ਭਾਸ਼ਾ ਕਾਰਵਾਈ ਮੰਚ ਵੀ ਬਣਾਇਆ ਜਾ ਰਿਹਾ ਹੈ। ਇਸ ਦਾ ਕੀ ਲਾਭ ਹੈ ਭਲਾ? ਬੇਟਾ, ਕੈਰੀਅਰ ਸਲਾਹ ਲਈ ਇਹ 22 ਭਾਰਤੀ ਭਾਸ਼ਾਵਾਂ ਵਿੱਚ ਸਧਾਰਨ ਗੱਲਬਾਤ ਲਈ ਵਰਤਿਆ ਜਾਂਦਾ ਹੈ। ਔਰ AI ਦੇ ਖੇਤਰ 'ਚ ਅਸੀਂ ਆਪਣੀ ਸਮਰੱਥਾ ਵਧਾ ਕੇ ਭਾਰਤ ਨੂੰ ਦੁਨੀਆ ਦੇ ਲੈਵਲ ਦੇ ਉੱਤੇ ਲਿਆ ਕੇ ਖੜਾ ਹੋਣ ਉੱਪਰ ਜ਼ੋਰ ਦੇ ਰਹੇ ਹਾਂ। ਖੁੱਲ੍ਹਾ ਅੰਕੜਾ ਗੋਦਾਮ ਯਾਨੀ ਕਿ ਓਪਨ ਡਾਟਾ ਵੇਅਰ ਹਾਊਸਿਸ ਤੇ ਸਰਕਾਰੀ ਤੇ ਨਿੱਜੀ ਅਦਾਰਿਆਂ 'ਚ ਮਜ਼ਬੂਤ ਪਰਿਸਥਿਤਿਕ ਤੰਤਰ ਯਾਨੀ ਕਿ ਈਕੋਸਿਸਟਮ ਭਾਰਤ ਵਿੱਚ AI ਦੀ ਪ੍ਰਗਤੀ ਦੇ ਲਈ ਇੱਕਦਮ ਗੇਮ ਚੇਂਜਰ ਸਿੱਧ ਹੋ ਸਕਦੇ ਨੇ। ਬਿਲਕੁਲ। ਔਰ ਭਾਰਤ ਸਰਕਾਰ ਵਿੱਤੀ ਸਹਾਇਤਾ ਰਾਹੀਂ ਡਿਜੀਟਲਾਈਜੇਸ਼ਨ ਤੇ AI ਦੀ ਵੱਧ ਤੋਂ ਵੱਧ ਵਰਤੋਂ ਲਈ ਜ਼ੋਰ ਦੇ ਰਹੀ ਹੈ। ਪਰ ਇਸ ਦੀ ਰਾਸ਼ੀ ਕਿੰਨੀ ਕੁ ਹੈ? ਵਾਸੂ ਜੀ, ਸਵਾਲ ਬਹੁਤ ਵਧੀਆ ਪੁੱਛਦੇ ਹੋ ਤੁਸੀਂ। ਸੁਣੋ ਵੀ ਸਰਕਾਰ ਨੇ AI ML, ਇੰਟਰਨੈਟ ਆਫ ਥਿੰਗਸ, 3D ਪ੍ਰਿੰਟਿੰਗ ਤੇ ਬਲਾਕਚੇਨ ਵਰਗੀਆਂ 5G ਟੈਕਨੋਲੋਜੀਆਂ ਦੇ ਵਿਕਾਸ ਲਈ $480 ਮਿਲੀਅਨ ਯਾਨੀ ਕਿ 3562 ਕਰੋੜ ਰੁਪਏ ਜਾਰੀ ਕੀਤੇ ਨੇ। ਤੇ 2020-2021 ਦੇ ਬਜਟ ਨੇ ਹੋਰ ਤਕਨੀਕਾਂ ਦੇ ਇਲਾਵਾ ਮਸ਼ੀਨ ਲਰਨਿੰਗ ਤੇ ਆਰਟੀਫੀਸ਼ੀਅਲ ਇੰਟੈਲੀਜੈਂਸ ਦੇ ਮਹੱਤਵ ਨੂੰ ਮਾਨਤਾ ਦਿੱਤੀ ਸੀ। ਘਰ ਘਰ ਫਾਈਬਰ ਤਹਿਤ ਭਾਰਤ ਨੈਟ 1 ਲੱਖ ਪੰਚਾਇਤਾਂ ਨਾਲ ਜੁੜੇਗਾ। ਹਾਂਜੀ ਬਿਲਕੁਲ ਠੀਕ। ਔਰ ਪੂਰੇ ਦੇਸ਼ ਵਿੱਚ ਡਾਟਾ ਪਾਰਕ ਸਥਾਪਿਤ ਕੀਤੇ ਜਾਣਗੇ। ਕੁਆਂਟਮ ਕੰਪਿਊਟਿੰਗ ਤੇ ਟੈਕਨੋਲੋਜੀ ਉੱਪਰ ਰਾਸ਼ਟਰੀ ਮਿਸ਼ਨ ਸਥਾਪਿਤ ਕਰਨ ਲਈ 6000 ਕਰੋੜ ਰੁਪਏ ਰੱਖੇ ਗਏ ਨੇ। ਅੰਕਲ, ਇੱਕ ਗੱਲ ਦੱਸਾਂ, ਸਾਡੀ ਆਧਾਰ ਕਾਰਡ ਸਕੀਮ ਦੁਨੀਆ ਦੀ ਸਭ ਤੋਂ ਵੱਡੀ AI ਸਕੀਮ ਹੈ। ਹਾਂ ਬਿਲਕੁਲ ਬਿਲਕੁਲ ਨਵੀਨ, ਠੀਕ ਹੈ ਤੁਸੀਂ। ਬਈ ਹੁਣ ਤਾਂ ਜ਼ਿਆਦਾ ਤੋਂ ਜ਼ਿਆਦਾ ਭਾਰਤੀ ਸਟਾਰਟਅਪ ਤੇ ਸਥਾਪਿਤ ਟੈਕ ਫਰਮਾਂ ਆਪਣੇ ਉਤਪਾਦਾਂ 'ਚ AI ਨੂੰ ਲਾਗੂ ਕਰਨ ਦੀ ਸ਼ੁਰੂਆਤ ਕਰ ਰਹੀਆਂ ਨੇ। ਸਾਡੀ ਯੂਨੀਵਰਸਿਟੀ ਵੀ ਕਈ ਇੰਜੀਨੀਅਰ ਤੇ ਸੌਫਟਵੇਅਰ ਡਿਵੈਲਪਰਸ ਹਰ ਸਾਲ ਬਣਾ ਰਹੀ ਹੈ। ਬਿਲਕੁਲ ਸਹੀ ਕਿਹਾ ਬੇਟੇ। ਪਰ ਸਾਡੇ ਨੌਜਵਾਨਾਂ ਵਿੱਚ ਆਧੁਨਿਕ AI ਦ੍ਰਿਸ਼ਟੀਕੋਣ ਸਿਰਜਣ ਲਈ ਅਮਰੀਕਾ ਤੇ ਚੀਨ ਨਾਲ ਮਿਲ ਕੇ IT ਸਿੱਖਿਆ ਨੂੰ ਅੱਗੇ ਵਧਾਉਣ ਦੀ ਜ਼ਰੂਰਤ ਹੈ। ਪਰ ਅੰਕਲ, AI ਨੂੰ ਅਪਣਾਉਣ ਲਈ ਭਾਰਤ ਸਾਹਮਣੇ ਹਜੇ ਕਈ ਚੁਣੌਤੀਆਂ ਨੇ। ਬਿਲਕੁਲ ਨਵੀਨ ਬੇਟੇ, ਸਹੀ ਕਿਹਾ ਤੁਸੀਂ। ਛੋਟੇ ਤੇ ਮੱਧਵਰਗੀ ਉਦਮੀਆਂ ਦੇ ਨਿਰਮਾਣ 'ਚ, ਸਿਹਤ ਸੰਭਾਲ ਦੀ ਗੁਣਵੱਤਾ 'ਚ, ਖੇਤੀ ਪੈਦਾਵਾਰ 'ਚ ਤੇ ਸਰਵਜਨਕ ਸੇਵਾਵਾਂ ਦੀ ਵੰਡ 'ਚ ਸੁਧਾਰ ਵਰਗੀਆਂ ਵੱਡੀਆਂ ਚੁਣੌਤੀਆਂ ਅਜੇ ਵੀ ਸਾਡੇ ਸਾਹਮਣੇ ਨੇ। ਪਰ AI ਵਾਸਤੇ ਕੱਚਾ ਮਾਲ ਤਾਂ ਡਾਟਾ ਹੈ ਨਾ, ਇਹ ਸਮਝਣ ਦੀ ਲੋੜ ਹੈ।
ਕੀ ਡਾਟਾ ਭਾਰਤ ਵਿੱਚ ਚੈਲੰਜ ਨਹੀਂ? ਬਿਲਕੁਲ ਹੈ ਭਈ। ਗੋਪਨੀਯਤਾ ਤੇ ਨੈਤਿਕਤਾ ਨਾਲ ਸਮਝੌਤੇ ਕੀਤੇ ਬਿਨਾ AI ਸੰਬੰਧਿਤ ਡਾਟਾ ਇਕੱਠਾ ਕਰਨਾ, ਪ੍ਰਮਾਣਿਤ ਕਰਨਾ, ਸਟੀਕ ਬਣਾਉਣਾ ਤੇ ਫਿਰ ਇਹ ਸੰਗਠਨਾਂ, ਲੋਕਾਂ ਤੇ ਪ੍ਰਣਾਲੀਆਂ ਨੂੰ ਮੁਹੱਈਆ ਕਰਾਉਣਾ ਸਭ ਤੋਂ ਮਹੱਤਵਪੂਰਨ ਚੁਣੌਤੀ ਤਾਂ ਹੈ। ਪਰ ਸਭ ਤੋਂ ਵੱਡੀ ਜਿਹੜੀ ਚੁਣੌਤੀ ਹੈ ਕਿ ਸਾਡੀ ਸਮਰੱਥਾ ਤੇ ਮਾਹਰਾਂ ਦੀ ਉਪਲਬਧਤਾ ਤੇ ਵੀ ਸਵਾਲ ਨੇ ਇਸ ਵੇਲੇ ਅੰਕਲ। ਹਾਂ ਬਿਲਕੁਲ, ਸਮਰੱਥਾ ਤੇ ਕੁਸ਼ਲ ਕਿਰਤੀਆਂ ਦੀ ਘਾਟ, ਵਿਸ਼ਵਾਸ ਦੀ ਘਾਟ, ਬਦਲਾਅ ਦਾ ਵਿਰੋਧ ਤੇ ਸਭ ਤੋਂ ਵੱਡਾ ਨੌਕਰੀ ਖੁੱਸਣ ਦਾ ਡਰ, ਜਿਹੜਾ ਇਹ ਇੱਕ ਬਹੁਤ ਵੱਡੀ ਚੁਣੌਤੀ ਵਾਂਗ ਹੈ। ਐਕਚੁਅਲੀ ਗੱਲ ਪਤਾ ਕੀ ਹੈ, AI ਖੋਜਾਂ ਨੂੰ ਸਮਝਣ ਤੇ ਵਰਤੋਂ ਕਰਨ ਲਈ ਇੱਕ ਮਜ਼ਬੂਤ ਬੌਧਿਕ ਢਾਂਚੇ ਦੀ ਵੀ ਜ਼ਰੂਰਤ ਹੈ। ਹਾਂ ਬਿਲਕੁਲ ਜ਼ਰੂਰਤ ਹੈ, ਬਿਲਕੁਲ ਜ਼ਰੂਰਤ ਹੈ। ਪਰ ਪੇਟੈਂਟ ਕਾਨੂੰਨਾਂ ਨੂੰ ਲਾਗੂ ਕਰਨ ਤੇ ਬੌਧਿਕ ਸੰਪਦਾ ਹੱਕ ਬਾਬਤ ਵੀ ਤੇ ਕੁਝ ਚੁਣੌਤੀਆਂ ਹੈ ਨਾ। ਪਰ ਅਸੀਂ ਇਸ ਨਾਲ ਕਿਸ ਤਰ੍ਹਾਂ ਨਿਪਟ ਸਕਦੇ ਹਾਂ? ਵਾਸੂ ਜੀ, ਇਸ ਕਾਰਜ ਲਈ ਅਮਲੀ ਕੰਮ ਕਰਤਿਆਂ ਤੇ ਡਿਵੈਲਪਰਸ ਦੇ ਦਰਮਿਆਨ ਅੰਤਰ ਨੂੰ ਘਟਾਉਣ ਲਈ ਕਈ ਨਵੇਂ ਤਰੀਕੇ ਅਪਣਾਏ ਗਏ ਨੇ, ਜਿਵੇਂ IP ਯਾਨੀ ਕਿ ਇੰਡੀਅਨ ਪੇਟੈਂਟ ਸੁਵਿਧਾ ਕੇਂਦਰਾਂ ਦੀ ਸਥਾਪਨਾ, IP ਗ੍ਰਾਂਟਾਂ ਦੇਣ ਵਾਲੇ ਅਧਿਕਾਰੀਆਂ, ਨਿਆਂਪਾਲਕਾਂ ਤੇ ਨਿਆਂ ਬੋਰਡ ਦੀ ਸਿਖਲਾਈ ਲਈ ਬੜੇ ਸੁਝਾਅ ਜਿਹੜੇ ਨੇ ਉਹ ਦਿੱਤੇ ਗਏ ਨੇ। ਉਹ ਵੀ ਮੈਂ ਵੀ ਸੁਣਿਆ, ਨੀਤੀ ਆਯੋਗ ਦੇ CEO ਨੇ AI ਉੱਪਰ ਰੇਜ਼ 2020 ਗਲੋਬਲ ਵਰਚੁਅਲ ਸਿਖਰ ਸੰਮੇਲਨ ਦੇ ਵਿੱਚ ਇਹ ਕਿਹਾ ਸੀ ਕਿ ਭਾਰਤ ਦੁਨੀਆ ਦੀ AI ਪ੍ਰਯੋਗਸ਼ਾਲਾ ਬਣਨ ਲਈ ਹੁਣ ਤਿਆਰ ਹੈ। ਹੋ ਬਈ, ਸਰਕਾਰ ਤਾਂ ਭਾਰਤ ਨੂੰ AI ਦਾ ਵਿਸ਼ਵ ਕੇਂਦਰ ਬਣਾਉਣਾ ਚਾਹੁੰਦੀ ਹੈ। ਹਾਂ ਅੱਛਾ ਅੰਕਲ, ਫਿਰ ਤਾਂ ਭਾਰਤ ਜਲਦੀ ਹੀ ਸਭ ਚੁਣੌਤੀਆਂ ਦਾ ਸਾਹਮਣਾ ਕਰਨ ਦੇ ਸਮਰੱਥ ਹੋ ਜਾਏਗਾ। ਬਿਲਕੁਲ ਬੇਟਾ, ਅਸੀਂ AI ਦੀ ਮਦਦ ਨਾਲ ਮਜ਼ਬੂਤ, ਟਿਕਾਊ ਤੇ ਨਿਆਂ ਸੰਗਤ ਨਵਾਂ ਭਾਰਤ ਸਿਰਜਣ ਵੱਲ ਵਧਾਂਗੇ। ਬਹੁਤ ਬੜੀਆ। ਸਾਨੂੰ ਉਮੀਦ ਹੈ ਕਿ ਭਾਰਤ ਇਹ ਪੁਲਾਂਘ ਜ਼ਰੂਰ ਪੱਟੇਗਾ। ਧੰਨਵਾਦ। ਉਮੀਦ ਹੈ ਕਿ ਅਸੀਂ ਇਸ ਤਕਨੀਕ ਦੀ ਵਰਤੋਂ ਨਾਗਰਿਕ ਭਲਾਈ ਤੇ ਸਬਲੀ ਆਰਥਿਕ ਵਿਕਾਸ ਨੂੰ ਯਕੀਨੀ ਬਣਾਉਣ ਲਈ ਜ਼ਰੂਰ ਕਰਾਂਗੇ। ਬਿਲਕੁਲ ਸਹੀ ਕਿਹਾ। AI 'ਚ ਚੁਣੌਤੀਆਂ ਦਾ ਸਾਹਮਣਾ ਕਰਨ ਲਈ ਤੇ ਸਾਡੀ ਤਿਆਰੀ ਸੰਬੰਧੀ ਬਹੁਤ ਵਧੀਆ ਚਰਚਾ ਕੀਤੀ ਹੈ। ਤੇ ਬੇਟਾ, ਇਹਦੇ ਲਈ ਇੰਨੀ ਸਾਰੀ ਜਾਣਕਾਰੀ ਲਈ ਸਾਨੂੰ ਰਵੀ ਦਾ ਥੈਂਕਸ ਕਰਨਾ ਚਾਹੀਦਾ ਕਿ ਨਹੀਂ? ਬਿਲਕੁਲ ਪਾਪਾ। ਥੈਂਕ ਯੂ ਰਵੀ, ਥੈਂਕ ਯੂ ਸੋ ਮਚ। ਤੇ ਪਾਪਾ, ਥੈਂਕਸ ਤੁਹਾਡਾ ਵੀ ਤੇ ਅੰਕਲ ਦਾ ਵੀ, ਕਿਉਂਕਿ ਕੱਲ ਜਿਹੜਾ ਮੈਂ ਵੈਬੀਨਾਰ ਦੇਣਾ ਹੈ ਨਾ, ਹੁਣ ਮੈਂ ਉਹਦੇ ਵਿੱਚ ਵਧੀਆ ਪੇਸ਼ਕਾਰੀ ਕਰ ਸਕਾਂਗਾ। ਕਿਉਂ ਨਹੀਂ ਬੇਟਾ, ਕਿਉਂ ਨਹੀਂ। ਅੱਛਾ ਜਵਾਲਾ, ਜਿਹੜੀ ਕੱਲ ਫਿਲਮ ਦੇਖ ਰਹੀ ਸੀ ਉਹ ਕਿਹੜੀ ਸੀ? ਆਪਾਂ ਇਕੱਠੇ ਦੇਖਾਂਗੇ ਬੇਟਾ। ਉਹ ਮੇਰੇ ਖਿਆਲ ਨਾਲ ਪਾਪਾ ਕੋਈ ਮਲਿਆਲਮ 'ਚ ਡੱਬ ਕੀਤੀ ਫਿਲਮ ਸੀਗੀ। ਉਹਦਾ ਨਾਮ ਸੀ ਐਂਡਰੋਇਡ ਕਟੱਪਾ। ਉਹ ਤੇਰੀ, ਮੈਂ ਵੀ ਪਹਿਲੀ ਵਾਰੀ ਨਾਮ ਸੁਣਿਆ। ਮੈਂ ਤਾਂ ਇਹ ਫਿਲਮ ਪਹਿਲਾਂ ਹੀ ਵੇਖ ਲਈ ਸੀ। ਅਰੇ ਵਾਹ, ਕੀ ਬਾਤ ਹੈ। ਹੁਣ ਇੱਕ ਨਾ ਸਾਰਿਆਂ ਤੋਂ ਇੰਪੋਰਟੈਂਟ ਗੱਲ ਸੁਣੋ। ਤੁਸੀਂ ਬਹੁਤ ਦਿਮਾਗ ਖਪਾਇਆ, ਸਭ ਨੇ ਨੌਲੇਜ ਵੀ ਬਹੁਤ ਦਿੱਤਾ ਸਾਨੂੰ। ਹੁਣ ਤੁਹਾਡੇ ਸਾਰਿਆਂ ਲਈ ਕੌਫੀ ਤਿਆਰ ਕਰਤੀ ਗਈ ਹੈ। ਵਾਹ ਵਾਹ, ਕੀ ਬਾਤ ਹੈ ਸੁਰਜੀਤ, ਛਾ ਗਿਆ। ਤੇ ਤੁਸੀਂ ਸਾਰੇ ਗੱਲਾਂ ਕਰੋ ਤੇ ਮੈਂ ਕਾਫੀ ਤੇ ਸਨੈਕਸ ਲੈ ਕੇ ਆਣਾ ਸਾਰਿਆਂ ਲਈ। ਸ਼ਾਬਾਸ਼ ਬੇਟਾ, ਗੋਡ ਬlesਸ ਯੂ। ਓ ਬਈ, ਮੈਂ ਵੀ ਕੋਈ ਜੋੜਨਾ ਚਾਹੁੰਦਾ। ਹਾਂਜੀ ਹਾਂਜੀ। ਇਕੱਲੇ ਸਨੈਕਸ ਹੀ ਕਿਉਂ, ਲੱਡੂ ਵੀ ਖਵਾਵਾਂਗੇ ਤੁਹਾਨੂੰ। ਤ੍ਰਿਮਾਲਾ ਤੋਂ ਲੈ ਕੇ ਆਇਆ। ਕੀ ਬਾਤ ਹੈ। ਉਹ ਸਾਡਾ ਤਾਂ ਦਿਲ ਹੀ ਬੜਾ ਕਰਦਾ ਹਾਏ ਹਾਏ ਲੱਡੂ। ਤੁਸੀਂ ਸੁਣ ਰਹੇ ਸੀ ਵਿਗਿਆਨ ਲੜੀਵਾਰ ਆਉਣ ਵਾਲਾ ਕੱਲ ਦੀ 36ਵੀਂ ਕੜੀ। ਨੋਟ ਕਰੋ ਅੱਜ ਦੀ ਕੜੀ ਦੇ ਸਵਾਲ। ਸਵਾਲ ਨੰਬਰ 1, ਅਸੀਂ AI ਦੇ ਖੇਤਰ ਵਿੱਚ ਕਿੱਥੇ ਕੁ ਖੜੇ ਹਾਂ ਤੇ ਕੀ ਨੇ ਚੁਣੌਤੀਆਂ? ਸਵਾਲ ਨੰਬਰ 2, AI ਦੇ ਵਿਕਾਸ ਵਿੱਚ ਅਮਰੀਕਾ ਤੇ ਚੀਨ ਦੀ ਨੀਤੀ ਵਿੱਚ ਕੀ ਅੰਤਰ ਹੈ? ਇਹਨਾਂ ਸਵਾਲਾਂ ਦੇ ਜਵਾਬ ਭੇਜਣ ਲਈ ਸਾਡਾ ਪਤਾ ਨੋਟ ਕਰੋ। ਇੰਚਾਰਜ ਪ੍ਰੋਗਰਾਮ ਆਉਣ ਵਾਲਾ ਕੱਲ, ਮਾਰਫਤ ਸਟੇਸ਼ਨ ਡਾਇਰੈਕਟਰ ਆਕਾਸ਼ਵਾਣੀ ਜਲੰਧਰ, ਪਿਨ ਕੋਡ 144001। ਹਿੱਸਾ ਲੈਣ ਵਾਲੇ ਕਲਾਕਾਰ ਦਲਜਿੰਦਰ ਸਿੰਘ, ਸੁਨੀਲ ਜੋਸ਼ੀ, ਕਰਨ, ਪ੍ਰਭਾਸ ਪੰਡਿਤ, ਸੁਖਦੇਵ ਨਾਗਰਾ, ਈਸ਼ੂ ਕੌਸ਼ਿਸ਼ ਤੇ ਪੂਨਮ। ਵਿਸ਼ੇਸ਼ ਸਹਿਯੋਗ ਸਰਬਜੀਤ ਰਿਸ਼ੀ। ਪੇਸ਼ਕਸ਼ ਗੁਰਵਿੰਦਰ ਸਿੰਘ ਤੇ ਅਮਨਦੇਵ ਜੋਸ਼ੀ।